ਹੈਲੋ एवरीवन, मैं कपिल भाटिया बेल्स ओवरसीज़ तो ਅੱਜ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਸਟੱਡੀ ਵੀਜ਼ਾ ਪ੍ਰੋਸੈਸ ਦੀ। ਅੱਜ ਅਸੀਂ ਤੁਹਾਨੂੰ ਕੰਪਲੀਟ ਪ੍ਰੋਸੈਸ ਦੱਸਾਂਗੇ। ਇਹਦੇ ਵਿੱਚ ਕੀ ਹੈ ਕਿ ਆਸਟ੍ਰੇਲੀਆ ਜਿਹੜਾ ਸਭ ਨੂੰ ਪਤਾ ਕਿ ਇੱਕ ਕੁਆਲਿਟੀ ਐਜੂਕੇਸ਼ਨ ਵਾਲਾ ਡੈਸਟੀਨੇਸ਼ਨ ਹੈ। ਸੈਕੰਡਲੀ ਆਸਟ੍ਰੇਲੀਆ ਦਾ ਕਲਾਈਮੇਟ ਬਹੁਤ ਸੂਟੇਬਲ ਹੈ ਇੰਡੀਅਨਸ ਨੂੰ, ਜਸਟ ਲਾਈਕ ਇੰਡੀਆ ਹੀ ਉੱਥੇ ਕਲਾਈਮੇਟ ਹੈ। ਅਗਰ ਅਸੀਂ ਕੰਪੈਰੀਜ਼ਨ ਕਰੀਏ ਕੈਨੇਡਾ ਨਾਲ ਤਾਂ ਉੱਥੇ ਜਦਕਿ -40 ਤੱਕ ਟੈਂਪਰੇਚਰ ਜਾਂਦਾ ਹੈ ਕੈਨੇਡਾ ਦੇ ਵਿੱਚ, ਲੇਕਿਨ ਆਸਟ੍ਰੇਲੀਆ ਦਾ ਟੈਂਪਰੇਚਰ ਬੜਾ ਮੋਡਰੇਟ ਨੇ। थर्ड गल करांगे वेजिस की। आस्ट्रेलिया में वेजिस रेट बहुत हाई है। तो मिनीमम वेजिस 19.5 यानी कि $20 के अप्रॉक्स मिनीमम वेजिस रेट है। अगर असीं कंपैरिजन करिए कैनेडा ना तो वो प्रोविंसिस के अकॉर्डिंगली $11 तो लैके $16 के विच है। फिर गल करते हैं कि स्पाउस नाल ही जा सकता है। तो दैन जिहड़ी रिक्वायरमेंट है वो की है। अगर तुसीं +2 की है 60% मार्क्स ने तुहाडे आयल्स ਦੇ ਵਿੱਚ 6 ओवरऑल है। अगर एक मॉड्यूल चो 5.5 है तो वो एक्सेप्टेबल है। अगर तुसी पोस्ट ग्रेजुएशन की है 50% मार्क्स ओवरऑल ने और 6.5 ਤੁਹਾਡੇ बैंड ओवरऑल ने, एक मॉड्यूल चो 5.5 एक्सेप्टेबल ने। ਹੁਣ मैं गल करदा कि असैसमेंट लैवल 1 2 3 ये ਆਸਟ੍ਰੇਲੀਆ ਦੇ ਵਿੱਚ ਚੱਲਦੀਆਂ। असैसमेंट लैवल 1 ਦੇ ਵਿੱਚ ਸਭ ਤੋਂ ਅੱਛੀਆਂ ਆਉਂਦੀਆਂ, ਉਸ ਤੋਂ ਬਾਅਦ असैसमेंट लैवल 2, असैसमेंट लैवल 3। बेल्स ओवरसीज़ कभी भी तुहानू असैसमेंट लैवल 2 या 3 ਲਈ रिकमेंड नहीं करेगा। असी हमेशा कोशिश करते हैं कि ਜਿਹੜੇ बेल्स ओवरसीज़ वालों स्टूडेंट्स जान वो असैसमेंट लैवल 1 ਦੇ ਵਿੱਚ ਹੀ ਜਾਣ। ਹੁਣ ਮੈਂ ਗੱਲ ਕਰਦਾ ਗੈਪ ਦੀ। ਗੈਪ ਅਗਰ ਤੁਸੀਂ +2 ਕੀਤੀ ਹੈ ਤੇ ਸਿਰਫ 1 ਜਾਂ 2 ਸਾਲ ਦਾ ਗੈਪ ਐਕਸੈਪਟੇਬਲ ਹੈ। ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ 2 ਤੋਂ 3 ਸਾਲ ਦਾ ਗੈਪ ਐਕਸੈਪਟੇਬਲ ਹੈ ਵਿਦ ਜਸਟੀਫਿਕੇਸ਼ਨ। ਗੈਪ ਨੂੰ ਲੈ ਕੇ ਆਸਟ੍ਰੇਲੀਆ ਬਹੁਤ ਸਟ੍ਰਿਕਟ ਹੈ। ਜੇ ਅਸੀਂ ਗੱਲ ਕਰੀਏ ਪੋਸਟ ਸਟੱਡੀ ਵਰਕ ਪਰਮਿਟ ਦੀ, ਪੋਸਟ ਸਟੱਡੀ ਵਰਕ ਪਰਮਿਟ ਲਈ ਆਸਟ੍ਰੇਲੀਆ ਨੇ 3 ਪਾਰਟਸ 'ਚ ਡਿਵਾਈਡ ਕੀਤਾ ਹੈ। ਅਗਰ ਤੁਸੀਂ ਮੇਜਰ ਸਿਟੀਜ਼ ਜਾ ਰਹੇ ਹੋ ਜਿਹੜੀਆਂ ਕਿ ਮੈਲਬਰਨ, ਸਿਡਨੀ ਜਾਂ ਬ੍ਰਿਸਬੇਨ ਹੈ, ਤੁਹਾਨੂੰ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਅਗਰ ਤੁਸੀਂ ਰੀਜਨਲ ਏਰੀਆ ਜਿਹਦੇ ਵਿੱਚ ਐਡੀਲੇਡ, ਪਰਥ, ਕੈਨਬਰਾ, ਗੋਲਡ ਕੋਸਟ, ਸਨਸ਼ਾਈਨ ਕੋਸਟ ਇੱਧਰ ਜਾ ਰਹੇ ਹੋ ਤਾਂ 3 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਬਾਕੀ ਸਾਰੇ ਏਰੀਏ ਨੂੰ ਆਸਟ੍ਰੇਲੀਆ ਸੁਪਰ ਰੀਜਨਲ ਏਰੀਆ ਮੰਨਦਾ ਜਿੱਥੇ 4 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਅਗਰ 4 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਹੈ ਤੇ ਬਹੁਤ ਵੱਡੀ ਗੱਲ ਹੈ। ਉਸ ਤੋਂ ਬਾਅਦ ਸਾਨੂੰ ਕਾਫੀ ਆਪਸ਼ਨਸ ਜਾਂਦੀਆਂ PR ਤੱਕ ਲੀਡਸ ਜਿਹੜੀਆਂ ਹੋਣਗੀਆਂ ਤੇ ਇਹ ਆਸਟ੍ਰੇਲੀਆ ਦਾ ਇੱਕ ਬਹੁਤ ਹੀ ਵੱਡਾ ਪਲੱਸ ਪੁਆਇੰਟ ਹੋਏਗਾ। ਹੁਣ ਮੈਂ ਗੱਲ ਕਰਾਂਗਾ ਫੰਡਸ ਦੀ। ਫੰਡਸ ਦੀ ਕੀ ਰਿਕੁਆਇਰਮੈਂਟ ਹੈ ਆਸਟ੍ਰੇਲੀਆ ਦੀ। ਆਸਟ੍ਰੇਲੀਆ ਮੋਸਟਲੀ ਯੂਨੀਵਰਸਿਟੀਜ਼ 3 ਮੰਥਸ ओल्ड फंड ਮੰਗਦੀਆਂ, ਪਰ बेल्स ओवरसीज़ को कुछ ਇੱਦਾਂ ਦੀਆਂ ਇੰਸਟੀਚਿਊਟਸ ਵੀ ਹੈਗੇ ਨੇ ਜਿਹੜੇ 1 ਮੰਥ ओल्ड फंड भी एक्सेप्ट करते हैं। ਸੈਕੰਡਲੀ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ 2 ਸਾਲ ਦਾ ਸਿਰਫ ਪੋਸਟ ਸਟੱਡੀ ਵਰਕ ਪਰਮਿਟ ਹੈ ਅਗਰ ਤੁਸੀਂ ਮੈਲਬਰਨ ਜਾਂ ਸਿਡਨੀ ਪੜ੍ਹਨ ਜਾਂਦੇ ਹੋ। ਪਰ बेल्स ओवरसीज़ को कुछ ਇੱਦਾਂ ਦੀਆਂ ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ ਕਿ ਜਸਟ ਉਹਦੇ ਸਰਾਊਂਡਿੰਗ ਹੀ ਹੈਗੀਆਂ ਮੈਲਬਰਨ ਤੇ ਸਿਡਨੀ। ਉੱਥੇ ਤੁਹਾਨੂੰ 3 ਤੋਂ 4 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲੇਗਾ ਤੇ ਨਾਲ ਤੁਸੀਂ ਅਪ ਡਾਊਨ ਵੀ ਕਰ ਸਕਦੇ ਹੋ ਮੈਲਬਰਨ ਸਿਡਨੀ। ਜਿੱਦਾਂ ਮੈਂ ਐਗਜ਼ਾਮਪਲ ਦਿੰਦਾ ਕਿ ਤੁਸੀਂ ਚੰਡੀਗੜ੍ਹ ਰਹਿ ਰਹੇ ਹੋ, ਚੰਡੀਗੜ੍ਹ ਦੇ ਨਾਲ ਹੀ ਅਗਰ ਤੁਹਾਨੂੰ ਮੋਹਾਲੀ, ਪੰਚਕੂਲਾ ਜਾਂ ਰਾਜਪੁਰਾ ਦੇ ਵਿੱਚ ਕੋਈ ਕਾਲਜ ਯੂਨੀਵਰਸਿਟੀਆਂ ਮਿਲ ਜਾਂਦੀਆਂ ਤੁਸੀਂ ਚੰਡੀਗੜ੍ਹ ਤੋਂ ਅਪ ਡਾਊਨ ਕਰ ਸਕਦੇ ਹੋ। ਸੇਮ ਵੇ ਸਾਡੇ ਕੋਲ ਮੈਲਬਰਨ ਤੇ ਸਿਡਨੀ ਕੋ बेल्स ओवरसीज़ ਕੋ ਆਪਸ਼ਨਸ ਹੈਗੀਆਂ। ਉਹ ਤੁਸੀਂ ਜਦੋਂ ਸਾਨੂੰ ਪ੍ਰੋਫਾਈਲ ਭੇਜੋਗੇ ਆਪਣਾ ਤੇ ਅਸੀਂ ਤੁਹਾਨੂੰ ਅਸੈਸ ਕਰਕੇ ਤੁਹਾਨੂੰ ਦੱਸਾਂਗੇ, ਤੁਹਾਨੂੰ ਆਪਸ਼ਨਸ ਪ੍ਰੋਵਾਈਡ ਕਰਾਂਗੇ। ਹੁਣ ਮੈਂ ਗੱਲ ਕਰਦਾ ਫੰਡਸ ਦੀ। ਫੰਡਸ ਤਕਰੀਬਨ 20 ਤੋਂ ਲੈ ਕੇ 26 ਲੱਖ ਦੇ ਵਿੱਚ ਚਾਹੀਦੇ ਹੁੰਦੇ ਨੇ। ਉਹ ਕਿਸ ਤਰ੍ਹਾਂ ਚਾਹੀਦੇ ਨੇ ਕਿ ਨਾਰਮਲੀ ਫੰਡਸ 3 ਮੰਥਸ ओल्ड चाहिए ने, बट जिदा मैं तुहानूं दस्सिया बेल्स ओवरसीज़ को इदां दी ऑप्शनस हैगी कि 1 मंथ ओल्ड भी फंड्स दे साडे कोल इंस्टीट्यूट्स हैगे ने जिहड़े एक्सेप्ट करदे ने। उत्थे टोटल $21,000 ਤਾਂ ਤੁਹਾਨੂੰ ਲਿਵਿੰਗ ਐਕਸਪੈਂਸ ਦਿਖਾਣੇ ਪੈਣੇ ਨੇ। $2,000 ਜਿਹੜੇ ਡਾਲਰ ਹੈ ਉਹ ਤੁਹਾਨੂੰ ਟਰੈਵਲਿੰਗ ਐਕਸਪੈਂਸ ਪਲੱਸ ਜਿਹੜੀ ਤੁਹਾਡੀ ਫੀਸ ਹੋਏਗੀ ਉਹ ਤੁਸੀਂ 1 ਸਾਲ ਦੀ ਲਗਾ ਕੇ ਚੱਲੋਗੇ ਤਕਰੀਬਨ 17 18,000 20,000 ਇਹਦੇ ਆਸ-ਪਾਸ ਹੁੰਦੀ ਹੈ। ਤੇ ਅਗਰ ਟੋਟਲ ਕਰੀਏ ਤੇ ਉਹੀ 42-43,000 ਬਣ ਜਾਂਦਾ, 21-22 ਲੱਖ ਦੇ ਅਰਾਊਂਡ ਬਣਦਾ। ਬਟ ਇਹ ਅਗੇਨ ਡਿਪੈਂਡ ਕਰਦਾ ਅਗਰ ਤੁਹਾਡੀ ਫੀਸ ਹੋਰ ਜ਼ਿਆਦਾ ਹਾਈ ਹੈ ਤਾਂ 25-26 ਤੱਕ ਚਲੇ ਜਾਂਦਾ, ਅਗਰ ਘੱਟ ਹੈ ਤੇ 20 ਰਹਿ ਜਾਏਗਾ। ਤੇ 20 ਲੱਖ ਦੇ ਫੰਡ ਤਾਂ ਮਿਨੀਮਮ ਰਿਕੁਆਇਰਡ ਹੈਗਾ ਹੀ ਹੈ। ਤੇ ਹੁਣ ਮੈਂ ਗੱਲ ਕਰਦਾ ਫੰਡਸ ਕੌਣ ਸਪਾਂਸਰ ਕਰ ਸਕਦੇ ਨੇ। ਸਟੂਡੈਂਟ ਦੇ ਪੇਰੈਂਟਸ, ਉਹਦੇ ਗ੍ਰੈਂਡ ਪੇਰੈਂਟਸ ਦੇ ਵਿੱਚ ਦਾਦਾ ਦਾਦੀ, ਨਾਨਾ ਨਾਨੀ ਦੋਨੋਂ ਆ ਜਾਂਦੇ, ਨਾਲ ਉਹਨਾਂ ਦੇ ਸਿਬਲਿੰਗ ਭੈਣ ਭਰਾ। ਜਿਹੜੇ ਵੀ ਫੰਡ ਸਪਾਂਸਰ ਕਰਨਗੇ ਉਹਨਾਂ ਦੇ ਨਾਲ ਇਨਕਮ ਟੈਕਸ ਰਿਟਰਨਸ ਲੱਗਣਗੀਆਂ ਤਾਂ ਕਿ ਉਹਨਾਂ ਨੂੰ ਪ੍ਰੂਫ ਦੇਣਾ ਪਏਗਾ ਕਿ ਉਹ ਉਹਨਾਂ ਦੀ ਇਨਕਮ ਹੀ ਹੈਗੀ ਹੈ, ਜੈਨੂਨ ਇਨਕਮ ਹੈ। ਸੈਕੰਡਲੀ ਜੇ ਤੁਹਾਡੇ 80% ਫੰਡਸ ਇਹ ਸਪਾਂਸਰ ਕਰ ਦਿੰਦੇ ਨੇ, 20% ਫੰਡਸ ਤੁਸੀਂ ਥਰਡ ਪਾਰਟੀ ਕੋ ਵੀ ਲੈ ਸਕਦੇ ਹੋ। ਥਰਡ ਪਾਰਟੀ ਦੇ ਵਿੱਚ ਆ ਜਾਂਦੇ ਨੇ ਚਾਚਾ, ਤਾਇਆ, ਮਾਮਾ, ਮਾਸੀ, ਭੂਆ, ਕੋਈ ਵੀ ਆ ਸਕਦੇ। ਉਹ 20% ਦੇ ਸਕਦੇ। ਅਗੇਨ ਉਹਨਾਂ ਦੇ ਵੀ ਨਾਲ ਇਨਕਮ ਟੈਕਸ ਰਿਟਰਨਸ ਲੱਗਣਗੀਆਂ ਤਾਂ ਕਿ ਸਾਨੂੰ ਇਨਕਮ ਪ੍ਰੂਫ ਨਾਲ ਚਾਹੀਦੇ ਹੁੰਦੇ ਨੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਪਾਊਸ ਦੀ।
ਸਪਾਊਸ ਆਸਟ੍ਰੇਲੀਆ 'ਚ ਨਾਲ ਹੀ ਜਾ ਸਕਦਾ, ਬਿਲਕੁਲ ਨਾਲ ਹੀ ਫਲਾਈ ਕਰ ਸਕਦਾ, ਬਟ ਮੋਸਟ ਆਫ ਦਾ ਯੂਨੀਵਰਸਿਟੀਜ਼ 1 ਈਅਰ 올ਡ ਮੈਰਿਜ ਮੰਗਦੀਆਂ। ਅੰਬੈਸੀ ਵੱਲੋਂ ਇੱਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ, ਲੇਕਿਨ ਯੂਨੀਵਰਸਿਟੀਜ਼ ਮੰਗਦੀਆਂ ਕਿ 1 ਈਅਰ 올ਡ ਮੈਰਿਜ ਹੋਵੇ। ਸੈਕੰਡਲੀ ਸਪਾਊਸ ਗ੍ਰੈਜੂਏਟ ਹੋਵੇ, ਠੀਕ ਹੈ, ਉਹ ਮੇਨਲੀ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੈ, ਐਮਬੈਸੀ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। ਆਸਟ੍ਰੇਲੀਆ ਸਟੱਡੀ ਵੀਜ਼ਾ ਪ੍ਰੋਸੈਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਫਰ ਲੈਟਰ ਅਪਲਾਈ ਕਰਨੀ ਹੈ। ਆਫਰ ਲੈਟਰ ਲਈ ਸਾਨੂੰ ਅਗੇਨ ਉਹੀ ਪਾਸਪੋਰਟ ਦੀ ਫਰੰਟ ਬੈਕ ਦੀ ਕਾਪੀ, ਆਇਲਸ ਜਾਂ ਪੀਟੀ ਦਾ ਸਕੋਰ ਕਾਰਡ, ਦੈਨ 10th onwards ਤੁਹਾਡੇ ਅਕੈਡਮਿਕਸ ਸਾਰੇ ਲੱਗਣਗੇ, ਅਗਰ ਕੋਈ ਗੈਪ ਹੈ ਤਾਂ ਉਹਦਾ ਪ੍ਰੂਫ ਲੱਗੇਗਾ। ਉਸ ਤੋਂ ਬਾਅਦ ਤੁਹਾਡੀ ਆਫਰ ਲੈਟਰ ਆ ਗਈ। ਉਸ ਤੋਂ ਬਾਅਦ ਬਹੁਤ ਇੰਪੋਰਟੈਂਟ GT ਕ੍ਰਾਈਟੀਰੀਆ ਜਿਹੜਾ ਕਿ ਕਲੀਅਰ ਕਰਨਾ ਪੈਂਦਾ ਅਗਰ ਤੁਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਲੈਣਾ ਤਾਂ ਉਹ ਯੂਨੀਵਰਸਿਟੀ ਤੁਹਾਡਾ GT ਕ੍ਰਾਈਟੀਰੀਆ ਕਲੀਅਰ ਕਰਦੀ ਹੈ। ਉਹਦੇ ਵਿੱਚ ਤੁਹਾਡੇ ਪਹਿਲਾਂ ਤਾਂ ਫਾਈਨੈਂਸ਼ੀਅਲਸ ਜਾਂਦੇ ਜਿਹਦੇ 'ਚ ਤੁਹਾਡੇ ਫੰਡਸ ਤੇ ਇਨਕਮ ਪ੍ਰੂਫਸ ਜਾਣਗੇ। ਉਸ ਤੋਂ ਬਾਅਦ SOP ਬਹੁਤ ਸਟਰੋਂਗ ਲੱਗਦੀ ਹੈ। SOP ਨੂੰ ਬਹੁਤ ਇੰਪੋਰਟੈਂਸ ਦਿੰਦੀਆਂ ਸਾਰੀਆਂ ਯੂਨੀਵਰਸਿਟੀਜ਼, ਸਾਰੇ ਇੰਸਟੀਚਿਊਟ ਆਸਟ੍ਰੇਲੀਆ ਦੇ। ਉਸ ਤੋਂ ਬਾਅਦ ਉਹ ਤੁਹਾਡੀ ਇੰਟਰਵਿਊ ਵੀ ਲੈ ਸਕਦੇ ਨੇ। ਕੁਝ ਯੂਨੀਵਰਸਿਟੀਜ਼ ਇੰਟਰਵਿਊ ਬਿਨਾਂ ਲਏ ਵੀ ਤੁਹਾਨੂੰ CO ਇਸ਼ੂ ਕਰ ਦਿੰਦੇ ਨੇ GT ਕ੍ਰਾਈਟੀਰੀਆ ਖਤਮ ਹੋਣ ਤੋਂ ਬਾਅਦ। ਕੁਝ ਯੂਨੀਵਰਸਿਟੀ ਤੁਹਾਡੀ ਇੰਟਰਵਿਊਸ ਲੈਂਦੀ ਹੈ। ਉਸ ਤੋਂ ਬਾਅਦ ਜਦੋਂ ਤੁਹਾਡਾ CEO ਹੀ ਆ ਗਿਆ ਇੱਕ ਵਾਰੀ, ਫਿਰ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਹੋਏਗਾ, ਦੈਨ ਇੱਕ ਹੈਲਥ ਕਵਰ ਲੱਗੇਗਾ ਤੇ ਐਮਬੈਸੀ ਫੀਸ ਪੇ ਕਰਕੇ ਤੁਸੀਂ ਐਮਬੈਸੀ ਦੇ ਵਿੱਚ ਫਾਈਲ ਲਗਾ ਸਕਦੇ ਹੋ। ਐਮਬੈਸੀ ਫਾਈਲ ਲੌਂਚ ਹੋਣ ਤੋਂ ਬਾਅਦ 40 ਡੇਜ਼ ਦਾ ਟਾਈਮ ਹੈ, ਉਸ ਦੌਰਾਨ ਕਦੇ ਵੀ ਉਹ ਤੁਹਾਨੂੰ ਵੀਜ਼ਾ ਅਪਰੂਵਲ ਕਰ ਸਕਦੇ ਹੋ। Visit bellsoverseas.com or call now. Follow Bells Overseas Instagram and Facebook page for the latest immigration updates.